ਤੇ ਫਿਰ ਉਸ ਦੇ ਜ਼ਰੀਏ ਯਾਨੀ ਕਿ ਕੁਦਰਤ ਦੇ ਜ਼ਰੀਏ ਪ੍ਰਗਟ ਹੋ ਗਏ। ਗੁਰਬਾਣੀ ਜਿੱਥੇ ਕਿ ਗਿਆਨ ਦਾ ਸੋਮਾ ਹੈ, ਉੱਥੇ ਹੀ ਵਿਗਿਆਨ ਦਾ ਵੀ ਸੋਮਾ ਹੈ। ਅੱਜ ਇਸੇ ਸੋਮੇ ਵਿੱਚ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਜੀ। ਸਾਡੇ ਨਾਲ ਸੋਹਣ ਲਾਲ ਜੀ ਮੌਜੂਦ ਨੇ, ਜਿਸ ਤਰ੍ਹਾਂ ਕਿ ਸਾਡਾ ਅੱਜ ਦਾ ਵਿਸ਼ਾ ਹੈ ਗੁਰਬਾਣੀ ਤੇ ਸਾਇੰਸ। ਸਭ ਤੋਂ ਪਹਿਲਾਂ ਤਾਂ ਇਹ ਜਾਣ ਲੈਂਦੇ ਹਾਂ ਕਿ ਜੋ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਉਹ ਗੁਰਬਾਣੀ ਅਨੁਸਾਰ ਕਿਵੇਂ ਹੋਈ ਤੇ ਵਿਗਿਆਨ ਇਸ ਨੂੰ ਲੈ ਕੇ ਕੀ ਕਹਿੰਦਾ ਹੈ? ਗੁਰਬਾਣੀ 'ਚ ਅੰਕਿਤ ਲਾਈਨਾਂ ਨੇ, ਲਿਖ ਨਾਮ ਸਲਾ ਲਿਖ ਅੰਤ ਨਾ ਪਾਰਾਵਾਰ, ਕਿ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਲਿਖੋ। ਇਹ ਵੀ ਲਿਖ ਦਿਓ ਕਿ ਉਹਦਾ ਅਪਾਰਾਵਾਰ ਜਿਹੜਾ ਸ਼ਬਦ ਹੈ ਇਹਨੂੰ ਸਮਝਣ ਦੀ ਜ਼ਰੂਰਤ ਹੈ, ਜਿਹਦਾ ਉਰਲਾ ਤੇ ਪਰਲਾ ਕੰਢਾ ਪਤਾ ਨਾ ਹੋਵੇ, ਕਿਨਾਰਾ ਪਤਾ ਨਾ ਹੋਵੇ। ਪਾਰਾਵਾਰ ਸ਼ਬਦ ਦਾ ਜਿਹੜਾ ਅਰਥ ਹੈ ਗੁਰਬਾਣੀ ਦੇ ਅਨੁਸਾਰ, ਤੇ ਇਹ ਗੁਰਬਾਣੀ ਉਹ ਰੱਬੀ ਇਲਹਾਮ ਆ ਜਿਹੜਾ ਗੁਰੂਆਂ ਤੇ ਪੀਰਾਂ ਦੇ ਰਾਹੀਂ ਸਾਡੇ ਤੱਕ ਸਾਡੀ ਬਿਹਤਰੀ ਲਈ ਪਹੁੰਚਿਆ। ਤੇ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ ਤੇ ਗੁਰਬਾਣੀ ਦਾ ਸੰਬੰਧ ਹੈ ਜਿਹੜਾ, ਉਹ ਸੰਬੰਧ ਅਕਾਲ ਪੁਰਖ ਸਾਹਿਬ ਦੇ ਨਾਲ ਹੈ, ਪਰਮਾਤਮਾ ਦੇ ਨਾਲ ਹੈ। ਤੇ ਇਹਦਾ ਇਲਹਾਮ ਉਦੋਂ ਹੁਆ ਜਦੋਂ ਸੰਤ ਮਹਾਤਮਾ ਤੇ ਗੁਰੂਆਂ ਪੀਰਾਂ ਦੀ ਜਿਹੜੀ ਅਵਸਥਾ ਤੂੰ ਕਰਦਾ ਤੂੰ ਵਾਲਾ ਹੋ ਗਈ ਸੀ। ਲੇਕਿਨ ਜਿਹੜਾ ਸਾਇੰਸ ਹੈ, ਵਿਗਿਆਨ ਹੈ, ਵਿਗਿਆਨ ਦਾ ਸੰਬੰਧ ਜਿਹੜਾ ਮਨੁੱਖੀ ਦਿਮਾਗ ਦੇ ਨਾਲ ਹੈ। ਇੱਕ ਪਾਸੇ ਤੇ ਸਮੁੰਦਰ ਹੈ ਗਿਆਨ ਦਾ, ਤੇ ਦੂਜੇ ਪਾਸੇ ਉਹਦੀ ਇੱਕ ਬੂੰਦ ਹੈ, ਤੇ ਇੱਕ ਪਾਸੇ ਪੂਰਾ ਗਿਆਨ ਦਾ ਸੂਰਜ ਚਮਕ ਰਿਹਾ ਤੇ ਦੂਜੇ ਪਾਸੇ ਸੂਰਜ ਦੀ ਕਿਰਨ ਹੈ। ਔਰ ਰਿਐਲਿਟੀ ਦੇ ਵਿੱਚ ਜਿਹੜੀ ਸੂਰਜ ਦੀ ਕਿਰਨ ਹੈ ਉਹਦਾ ਸੰਬੰਧ ਵੀ ਉਸੇ ਹੀ ਸੂਰਜ ਨਾਲ ਹੈ, ਸੂਰਜ ਉਹਦਾ ਮੁੱਖ ਸੋਮਾ ਹੈ। ਇਵੇਂ ਹੀ ਪਾਣੀ ਦੀ ਬੂੰਦ ਦਾ ਜਿਹੜਾ ਮੁੱਖ ਸੋਮਾ ਆ ਉਹ ਸਮੁੰਦਰ ਹੈ। ਇਵੇਂ ਹੀ ਜਿਹੜਾ ਵਿਗਿਆਨ ਆ ਉਹਦਾ ਜਿਹੜਾ ਮੁੱਖ ਸੋਮਾ ਆ ਉਹ ਗੁਰਬਾਣੀ ਹੈ, ਗੁਰੂਆਂ ਪੀਰਾਂ ਦੀ ਦਿੱਤੀ ਹੋਈ ਸਿੱਖਿਆ ਹੈ। ਜਦੋਂ ਅਸੀਂ ਹੁਣ ਜਿਹੜਾ ਪਹਿਲਾ ਸਵਾਲ ਭੈਣ ਜੀ ਨੇ ਕੀਤਾ, ਉਹ ਸਵਾਲ ਹੈ ਕਿ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ। ਜਦੋਂ ਜਪਜੀ ਸਾਹਿਬ ਆਪ ਜੀ ਪੜ੍ਹਦੇ ਹੋ ਤੇ ਜਪਜੀ ਸਾਹਿਬ ਦੇ ਅੰਦਰ ਜਿਹੜਾ ਕੁਦਰਤ ਦੇ ਗੁੱਝੇ ਭੇਦਾਂ ਨੂੰ ਉਜਾਗਰ ਕਰਕੇ ਸਵਾਲ ਕਰਕੇ ਗੁਰੂ ਨਾਨਕ ਸਾਹਿਬ ਨੇ ਉਹਦਾ ਜਵਾਬ ਵੀ ਦਿੱਤਾ ਹੈ। ਤੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੇ ਅੰਦਰ ਆਉਂਦਾ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਕਿ ਪ੍ਰਮਾਤਮਾ ਨੇ ਇਸ ਦੁਨੀਆ ਦਾ ਪਸਾਰਾ, ਪਸਾਓ ਪਸਾਰਾ, ਕਵਾਓ ਆਵਾਜ਼, ਬਚਨ ਜਾਂ ਹੁਕਮ, ਪ੍ਰਮਾਤਮਾ ਨੇ ਇਸ ਦੁਨੀਆ ਦਾ ਪਸਾਰਾ ਇੱਕ ਆਵਾਜ਼, ਇੱਕ ਵਚਨ, ਇੱਕ ਹੁਕਮ ਦੇ ਨਾਲ ਕੀਤਾ ਹੈ। ਤਿਸਤੇ ਹੋਏ ਲੱਖ ਦਰਿਆ, ਉਹ ਤੋਂ ਫਿਰ ਲੱਖਾਂ ਜ਼ਿੰਦਗੀਆਂ ਦੇ ਜਿਹੜੇ ਜੀਵਨ ਹੈ ਉਹ ਜ਼ਿੰਦਗੀਆਂ ਦਾ ਦਰਿਆ ਜਿਹੜੇ ਵਗਣ ਲੱਗ ਪਿਆ। ਤੇ ਇਹ ਜਿਹੜਾ ਜਪਜੀ ਸਾਹਿਬ ਦਾ ਜਿੱਥੋਂ ਸ੍ਰਿਸ਼ਟੀ ਦਾ ਆਰੰਭ ਹੋਇਆ ਕਿ ਪ੍ਰਮਾਤਮਾ ਨੇ ਪਸਾਰਾ ਜਿਹੜਾ ਕੀਤਾ ਇੱਕ ਹੁਕਮ ਦੇ ਨਾਲ, ਇਹਨੂੰ ਕੁਰਾਨ ਮਜੀਦ ਦੇ ਅੰਦਰ ਦਰਜ ਹੈ, ਕੁਨ ਫੈਕੁਨ। ਇੱਕ ਪਲ ਪ੍ਰਮਾਤਮਾ ਨੇ ਕਿਹਾ ਹੋ ਜਾ ਤੇ ਅਗਲੇ ਪਲ ਹੀ ਹੋ ਗਿਆ। ਇਹ ਤੁਰਕੀ ਬਾਣੀ ਦੀ ਜਿਹੜੀ ਗੱਲ ਹੈ ਇਹ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਇਹ ਜਿਹੜੇ ਹੁਕਮ ਬਚਨ ਜਿਹੜੇ ਕਰ ਦਿੱਤੇ ਸੀਗੇ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਸਾਇੰਸ ਦੀ, ਸਾਇੰਸ ਦੇ ਅੰਦਰ ਲਮੇਤਰੇ ਨੇ 1930 ਦੇ ਵਿੱਚ ਇੱਕ ਸਿਧਾਂਤ ਦਿੱਤਾ ਜਿਹਨੂੰ ਉਹ ਥਿਊਰੀ ਆਫ ਬਿਗ ਬੈਂਗ ਕਹਿੰਦਾ, ਬਿਗ ਬੈਂਗ ਦਾ ਸਿਧਾਂਤ। ਬਿਗ ਬੈਂਗ ਦੇ ਵਿੱਚ ਉਹ ਗੱਲ ਕਰਦਾ ਹੈ ਕਿ ਇੱਕ ਵਿਸਫੋਟ ਹੋਇਆ, ਮਹਾ ਵਿਸਫੋਟ, ਤੇ ਇਹ ਉਹੀ ਮਹਾ ਵਿਸਫੋਟ ਹੈ ਜਿਹੜਾ ਕਵਾਓ ਹੈ ਗੁਰਬਾਣੀ ਦੇ ਅੰਦਰ। ਤੇ 500 ਸਾਲ ਜਦੋਂ ਸਾਇੰਸ ਆਪਣੇ ਆਪ ਨੂੰ ਇਹ ਸਮਝਦੀ ਸੀ ਕਿ ਉਹ ਜਵਾਨ ਹੋ ਗਈ ਹੈ, ਉਦੋਂ ਇਹਨੂੰ ਇਹ ਜਵਾਬ ਮਿਲਿਆ। ਤੇ ਜਦੋਂ ਅਜੇ ਸਾਇੰਸ ਬੱਚਾ ਸੀ, ਇੱਕ ਅੰਗੜਾਈਆਂ ਲੈ ਰਿਹਾ ਸੀ ਛੋਟਾ ਬੱਚਾ, ਤੇ ਉਦੋਂ ਜਿਹੜੇ ਰੱਬੀ ਹੁਕਮ ਗੁਰੂ ਨਾਨਕ ਸਾਹਿਬ ਦੇ ਉਹਦੇ 'ਚ ਸਾਹਮਣੇ ਆ ਗਿਆ। ਤੇ ਅਸੀਂ ਜਦੋਂ ਇਹ ਗੱਲ ਕਰਦੇ ਹਾਂ ਕਿ ਬਿਗ ਬੈਂਗ ਹੈ, ਜਿਹੜਾ ਬਿਗ ਬੈਂਗ ਧਮਾਕਾ ਹੋਇਆ, ਉਹ ਤੋਂ ਧਮਾਕੇ ਤੋਂ ਬਾਅਦ ਜਿਹੜੇ ਪਾਰਟੀਕਲ ਹਵਾ 'ਚ ਖਿਲ ਰਹੇ, ਹੌਲੀ ਹੌਲੀ ਉਹਨਾਂ ਦੀ ਸੈਟਲਮੈਂਟ ਹੋ ਕੇ ਜਿਹੜੀ ਧਰਤੀ ਉਹ ਬਣੀ ਹੈ। ਇਹ ਧਰਤੀ ਦਾ ਜਿਹੜਾ ਆਰੰਭ ਹੋਇਆ ਉਹ ਗੁਰਬਾਣੀ ਦੇ ਅਨੁਸਾਰ ਤੇ ਸਾਇੰਸ ਦੇ ਅਨੁਸਾਰ। ਹੁਣ ਦੁਨੀਆ ਦਾ ਕੋਈ ਵੀ ਸਾਇੰਟਿਸਟ, ਦੁਨੀਆ ਦਾ ਕੋਈ ਵੀ ਵਿਗਿਆਨੀ ਇਹ ਗੱਲ ਨਹੀਂ ਕਰਦਾ ਕਿ ਇਦੋਂ ਪਹਿਲਾਂ ਕੀ ਸੀ। ਸਾਇੰਸ ਇਹ ਕਹਿੰਦੀ ਹੈ there is no use to talk before the big bang because the time doesn't exist। ਬਿਗ ਬੈਂਗ ਤੋਂ ਪਹਿਲਾਂ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਦੋਂ ਸਮਾਂ ਹੀ ਨਹੀਂ ਸੀ। ਬਟ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਦੋਂ ਵੀ ਕੁਝ ਹੈਗਾ ਸੀ। ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਅਰਬਦ ਨਰਬਦ ਧੁੰਦੂਕਾਰਾ ਧਰਨ ਨਾ ਗਗਨਾ ਹੁਕਮ ਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਇਦਾ। ਜੀ ਕਿ ਉਦੋਂ
ਕੁਝ ਵੀ ਨਹੀਂ ਸੀਗਾ, ਪਰਮਾਤਮਾ ਵੀ ਅਸੀਮ ਨਿਦਰਾ ਦੇ ਵਿੱਚ ਸੀ, ਸੁਨ ਸਮਾਧ ਦੇ ਵਿੱਚ ਸੀ। ਇੱਥੇ ਹੀ ਜਿਹੜੀ ਫਿਲਾਸਫੀ ਹੈ ਸਾਡੀ ਗੁਰੂ ਸਾਹਿਬਾਨ ਦੀ, ਉਹ ਵੀ ਕਲੀਅਰ ਹੋ ਜਾਂਦੀ ਹੈ ਇਹਦੀਆਂ ਅਖੀਰਲੀਆਂ ਲਾਈਨਾਂ 'ਚ। ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਵਰ ਨਾ ਦਿਸੇ ਕੋ ਸੋਈ। ਜਿਹੜੇ ਜੀਵ ਮਾਂ ਦੇ ਪੇਟ ਚੋਂ ਜੰਮਣ ਵਾਲੇ ਸੀ ਉਸ ਵੇਲੇ ਉਹ ਕੋਈ ਨਹੀਂ ਸੀ ਦਿਸਦਾ, ਸਿਰਫ ਇੱਕ ਪਰਮਾਤਮਾ ਹੀ ਦਿਸਦਾ ਸੀ। ਇਹ ਜਿਹੜਾ ਬਿਗ ਬੈਂਗ ਹੈ, ਬਿਗ ਬੈਂਗ ਤੋਂ ਪਹਿਲਾਂ ਦੀ ਗੱਲ ਹੈ। ਤੇ ਜਦੋਂ ਫਿਰ ਗੱਲ ਕਰਦੀ ਆ ਸਾਇੰਸ ਕਿ ਸਭ ਤੋਂ ਪਹਿਲਾਂ ਪਾਣੀ ਵਾਲੇ ਜੀਵ ਪੈਦਾ ਹੋਇਆ, ਤੇ ਇਹਨੂੰ ਗੁਰਬਾਣੀ ਨੇ 500 ਸਾਲ ਪਹਿਲੇ ਗੱਲ ਕਰਤੀ ਜੀ। ਬਿਲਕੁਲ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ। ਪਰਮਾਤਮਾ ਨੇ ਹਵਾ ਪੈਦਾ ਕੀਤੀ, ਹਵਾ ਤੋਂ ਪਾਣੀ ਬਣਿਆ। ਪਾਣੀ ਦੀ ਕੰਪੋਜੀਸ਼ਨ ਆਪ ਜੀ ਨੂੰ ਪਤਾ ਹੈ ਕਿ H2O ਹੈ। ਜੇ ਅਸੀਂ ਇਲੈਕਟ੍ਰੋਮੈਗਨੈਟਿਕ ਸਿਸਟਮ ਦੇ ਨਾਲ ਪਾਣੀ ਦੇ ਵਿੱਚੋਂ ਦੋਨੋਂ ਗੈਸਾਂ ਅਲੱਗ-ਅਲੱਗ ਵੀ ਕਰ ਸਕਦੇ, ਦੋ ਗੈਸਾਂ H2O ਮਿਲਾ ਕੇ, ਹਾਈਡਰੋਜਨ ਤੇ ਆਕਸੀਜਨ ਮਿਲਾ ਕੇ ਅਸੀਂ ਪਾਣੀ ਬਣਾ ਵੀ ਸਕਦੇ। ਸਾਚੇ ਤੇ ਪਵਨਾ ਪਾਇਆ, ਪਵਨੇ ਤੇ ਜਲ ਹੋਏ। ਜਲ ਤੇ ਤਰਭਵਨ ਸਾਜਿਆ, ਘਟ ਘਟ ਜੋਤ ਸਮੋਏ। जी, गुरबाणी बिल्कुल लेके आ गया है। परमात्मा ने उस करते ने पहले पानी, पहले हवा दे ना हवा पैदा की, फिर उसके नाल पानी अग। बिल्कुल जी, बिल्कुल यही होया जी। ये जिहड़ा सिद्धांत है, ये देखो 500 साल ते 500 साल बाद दी गल, समय दा डिफरेंस देखो कितना है। ਇਹ ਜਦੋਂ ਅਸੀਂ ਇਹਦੇ ਤੇ ਗੱਲ ਕਰਦੇ, ਗੁਰੂ ਨਾਨਕ ਸਾਹਿਬ ਇਹਦੇ ਤੇ ਬੜੀ ਵਧੀਆ ਦਲੀਲ ਨਾਲ, ਜਦੋਂ ਗੁਰੂ ਨਾਨਕ ਸਾਹਿਬ ਦੀਆਂ ਦਲੀਲਾਂ ਦੀ ਗੱਲ ਆਉਂਦੀ ਹੈ ਤੇ ਉਦੋਂ ਅੱਗੇ ਦਲੀਲ ਹੋਰ ਹੋ ਹੀ ਨਹੀਂ ਸਕਦੀ। ਜਿਵੇਂ ਪਰਮਾਤਮਾ ਦੀਆਂ ਸਿਫਤਾਂ ਕਰਦੇ ਹੋ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸੰਖ ਕਹੇ ਸਿਰ ਭਾਰ ਹੋਏ। ਜੇ ਮੈਂ ਪਰਮਾਤਮਾ ਦੀਆਂ ਸਿਫਤਾਂ ਨੂੰ ਅਸੰਖ ਵੀ ਕਹਿ ਦਿਆਂ ਤੇ ਮੇਰੇ ਸਿਰ ਤੇ ਭਾਰ ਹੋ ਜਾਣਾ। ਜਦੋਂ 37ਵੀਂ ਪੌੜੀ ਵੱਲ ਤੁਸੀਂ ਨਿਗਾਹ ਮਾਰਦੇ ਹੋ, ਸਮੁੰਦ ਸ਼ਾਹ ਸੁਲਤਾਨ ਗਿਰਾ ਸੇਤੀ ਮਾਲਤਨ ਕੀੜੀ ਤੁਲਨਾ ਹੋਵਨੀ ਜੇ ਤਿਸ ਮੈਨੂੰ ਨਾ ਵਿਸਰੇ। ਦੇਖੋ ਇੱਥੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜੇ ਕੋਈ ਮਨੁੱਖ ਸਮੁੰਦਰ ਦਾ ਸ਼ਾਹ ਹੋਵੇ, ਭਾਵ ਸਮੁੰਦਰ ਜਿੱਡੀ ਧਰਤੀ ਉਹਦੀ ਥੱਲੇ ਹੋਵੇ, ਗਿਰਾ ਸੇਤੀ ਮਾਲਤਨ, ਉਹ ਰੁਪਈਆਂ ਦੇ ਪਹਾੜ ਹੋਣ, ਕੀੜੀ ਤੁਲਨਾ ਹੋਵਨੀ, ਉਹ ਫਿਰ ਕੀੜੀ ਦੇ ਬਰਾਬਰ ਵੀ ਨਹੀਂ। ਉਹ ਕੀੜੀ ਕਿਹੜੀ ਹੈ? ਜੇ ਤਿਸ ਮਨੋਂ ਨਾ ਵਿਸਰੇ, ਜਿਸ ਕੀੜੀ ਦੇ ਮਨ ਤੋਂ ਰੱਬ ਨਹੀਂ ਭੁੱਲਿਆ ਹੋਇਆ। ਇੱਥੇ ਜਿਹੜੀ ਖਾਸ ਗੱਲ ਦਾਸ ਕਹਿਣਾ ਚਾਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਆਪਣੇ ਐਗਜ਼ਾਮਪਲ 'ਚ ਇਹ ਵੀ ਕਹਿ ਸਕਦੇ ਕਿ ਪੂਰੀ ਧਰਤੀ ਦਾ ਮਾਲਕ ਹੋਵੇ, ਲੇਕਿਨ ਗੁਰੂ ਨਾਨਕ ਸਾਹਿਬ ਨੂੰ ਉਦੋਂ ਪਤਾ ਸੀ ਕਿ ਧਰਤੀ ਛੋਟੀ ਹੈ ਤੇ ਸਮੁੰਦਰ ਵੱਡਾ ਹੈ, ਤਾਂ ਹੀ ਉਹਨਾਂ ਨੇ ਇਹ ਸ਼ਬਦ ਇਸਤੇਮਾਲ ਕੀਤੇ ਹੋਣਗੇ, ਸਮੁੰਦ ਸ਼ਾਹ ਸੁਲਤਾਨ ਗਿਰਾ ਸੇਤੀ ਮਾਲਤਨ। ਹੁਣ ਜਿਹੜਾ ਇਹ ਸਾਰੀਆਂ ਅਸੀਂ ਜਦੋਂ ਐਗਜ਼ਾਮਪਲਾਂ ਦੀ ਗੱਲ ਕਰਦੇ ਹਾਂ, ਫਿਰ ਗੁਰੂ ਨਾਨਕ ਸਾਹਿਬ ਇਹਦਾ ਜਵਾਬ ਦਿੰਦੇ। ਗੁਰੂ ਨਾਨਕ ਸਾਹਿਬ ਨੂੰ ਪਤਾ ਹੈ ਕਿਵੇਂ ਸੀਗਾ, ਮੰਨੇ ਸਗਲ ਭਵਨ ਕੀ ਸੁਧ। ਜੇ ਤੁਸੀਂ ਪਰਮਾਤਮਾ ਦੇ ਨਾਮ ਨੂੰ ਮੰਨ ਲਓ, ਤੁਹਾਨੂੰ ਖੰਡਾਂ ਤੇ ਬ੍ਰਹਿਮੰਡਾਂ ਦਾ ਜਿਹੜਾ ਗਿਆਨ ਹੈ ਉਹ ਹੋ ਸਕਦਾ ਹੈ। ਜਿਵੇਂ ਗੁਰਬਾਣੀ ਨੇ 500 ਸਾਲ ਪਹਿਲਾਂ ਫਰਮਾਇਆ, ਸਾਇੰਸ ਆਪਣੀਆਂ ਥਿਊਰੀਆਂ ਨੂੰ, ਕਦੀ ਐਲਨ ਦੀ ਥਿਊਰੀ ਆ ਗਈ, ਕਦੀ ਕੋਈ ਥਿਊਰੀ ਆ ਗਈ, ਕੋਈ ਇਹ ਥਿਊਰੀ ਆ ਗਈ ਕਿ ਦੂਜੇ ਗ੍ਰਹਿ ਤੇ ਉੱਤੋਂ ਪਾਰਟੀਕਲਸ ਡਿੱਗ ਕੇ ਉਸ ਪਾਰਟੀਕਲਸ ਦੇ ਨਾਲ ਜਿਹੜੇ ਸੈੱਲ ਆਏ ਸੀ ਉਹਨਾਂ ਤੋਂ ਜੀਵਾਂ ਦੀ ਉਤਪਤੀ ਹੋਈ ਹੈ। ਇਹਨਾਂ ਸਾਰੀਆਂ ਥਿਊਰੀਆਂ ਨੂੰ ਫੇਲ ਕਰਕੇ ਫਿਰ ਉਸ ਗੱਲ ਤੇ ਸਾਇੰਸ ਆਈ ਜਿਹੜੀ ਫਰਮਾਨ ਗੁਰੂ ਨਾਨਕ ਸਾਹਿਬ ਨੇ 500 ਸਾਲ ਪਹਿਲਾਂ ਕਰ ਦਿੱਤੇ ਸੀ ਕਿ ਬਿਗ ਬੈਂਗ ਦੇ ਨਾਲ ਇਸ ਦੁਨੀਆ ਦਾ ਜਿਹੜਾ ਪਸਾਰਾ ਹੋਇਆ ਜੀ। जी बिल्कुल। जो पानी है, धरती है, हवा है, अग है, ये सारी एक सृष्टि के रूप में उभर के सामने आई। तो इसे सृष्टि में असी रह रहे हैं, मनुख जो जीवन है इत्थे ही विचरता है जी। जो विज्ञान है वो भी अपने वालों बहुत हामी भरता है, वो हामी पर उस गल की हामी पर है जो कि गुरु साहब जी ने बहुत पहला ही सिद्ध कर दी है जी। तो जे बेसिक गल्लां दे वल जाइए तो गुरबाणी की जो बेसिक गल है विज्ञान ते बाणी दा, इन्हां दा आपस में डिफरेंस की है? देखो पहली गल ते दास ये कहनी चाहुंदा है कि गुरबाण जिहड़ा विज्ञान है इहदियां बेसिक धारनावां गलत नहीं है। जी ਇਹਦੀਆਂ ਬੇਸਿਕ ਧਾਰਨਾਵਾਂ ਗਲਤ ਹੁੰਦੀਆਂ ਤੇ ਅੱਜ ਰੇਲ ਗੱਡੀ, ਹਵਾਈ ਜਹਾਜ਼, ਕੰਪਿਊਟਰ ਇਹ ਸਾਰੇ ਨਾ ਚੱਲਦੇ। ਗੁਰਬਾਣੀ ਤੇ ਸਾਇੰਸ ਦੇ ਅੰਦਰ ਜਿਹੜੀ ਸਮਾਨਤਾ ਆ ਉਹ ਇਹ ਹੈ ਕਿ ਦੋਨੋਂ ਹੀ ਮਨੁੱਖਤਾ ਨੂੰ ਵਹਿਮਾਂ ਤੇ ਭਰਮਾਂ ਚੋਂ ਕੱਢਦੇ ਆ। ਜਿੱਥੇ ਛਿੱਕ ਮਾਰਨ ਦੀ ਗੱਲ ਹੋਈ ਆ, ਜਿੱਥੇ ਬਿੱਲੀ ਦੇ ਰਸਤਾ ਕੱਟਣ ਦੀ ਗੱਲ ਹੋਈ ਆ, ਵਿਗਿਆਨ ਇਹਨੂੰ ਨਹੀਂ ਮੰਨਦਾ। ਗੁਰੂ ਨਾਨਕ ਸਾਹਿਬ ਇਹੀ ਕਹਿੰਦੇ ਆ, ਸ਼ਗਨ ਅਪਸ਼ਗਨ ਤਿਸ ਕੋ ਲੱਗੇ ਜਿਸ ਚੀਤ ਨਾ ਆਵੇ। ਸ਼ਗਨ ਤੇ ਬੁਰੇ ਸ਼ਗਨ ਉਹਨੂੰ ਲੱਗਦੇ ਜਿਹਦੇ ਪ੍ਰਮਾਤਮਾ ਚੇਤੇ ਨਹੀਂ ਆਉਂਦਾ। ਇਹ ਜਿਹੜੀ ਸਮਾਨਤਾ ਗੁਰਬਾਣੀ ਤੇ ਸਾਇੰਸ ਦੇ ਅੰਦਰ ਹੈ। ਜਿਹੜਾ ਬੇਸਿਕ ਡਿਫਰੈਂਸ ਆ ਉਹ ਬਹੁਤ ਵੱਡਾ ਹੈ। ਅੱਜ ਕਦੀ ਕਦੀ ਟੀਵੀ ਚੈਨਲਸ ਤੇ ਇਹ ਗੱਲ ਆ ਜਾਂਦੀ ਆ, ਇਨਸਾਨ ਕੀ ਭਗਵਾਨ ਸੇ ਟੱਕਰ। ਸਾਇੰਸ ਕੋਈ ਛੋਟਾ ਜਿਹਾ ਕੰਮ ਕਰ ਲਵੇ ਉਹ ਡਿੰਗਾ ਮਾਰਨ ਲੱਗ ਪੈਂਦੇ ਆ। ਲੇਕਿਨ ਇਨਫੈਕਟ ਉਹਨਾਂ ਵਿਗਿਆਨੀਆਂ ਨੂੰ ਇਹ ਦਾਸ ਦਾ ਸਵਾਲ ਹੈ ਕਿ ਤੁਸੀਂ ਲੱਭ ਕਿਹਨੂੰ ਰਹੇ ਹੁੰਦੇ ਹੋ? ਅੱਜ ਤੱਕ ਕਿਸੇ ਵੀ ਵਿਗਿਆਨੀ ਨੇ
ਜਿਹੜਾ ਕੰਮ ਆ ਉਹ ਕਦੀ ਵੀ ਇਹਦੇ ਲਈ ਨਹੀਂ ਕੀਤਾ ਕਿ ਉਹ ਪ੍ਰਮਾਤਮਾ ਦੀ ਖੋਜ ਕਰੇ। ਹਰੇਕ ਵਿਗਿਆਨੀ ਨੇ ਜਿਹੜਾ ਵੀ ਕੰਮ ਕੀਤਾ ਹੈ ਉਹ ਕੰਮ ਜਿਹੜਾ ਕੀਤਾ ਉਹਦੀ ਕਾਦਰ ਜਿਹੜਾ ਪਰਮਾਤਮਾ ਜਿਹੜਾ ਉਹਦੀ ਕੁਦਰਤ ਦੇ ਉੱਤੇ ਕੀਤਾ ਹੈ। ਵਿਗਿਆਨੀ ਨੇ ਕਦੀ ਸੋਚਿਆ ਵੀ ਨਹੀਂ। ਹਾਂ, ਉਹਦੇ ਮਨ ਦੇ ਅੰਦਰ ਕੋਤੂਹਲ ਹੈ, ਉਹਦੇ ਮਨ ਦੇ ਅੰਦਰ ਹਲਚਲ ਹੈ, ਉਹਦਾ ਜਿਹੜਾ ਮਨ ਆ ਉਹ ਇਸ ਪਾਸੇ ਨੂੰ ਤੁਰਿਆ ਹੋਇਆ ਹੈ ਕਿ ਮੈਂ ਪ੍ਰਮਾਤਮਾ ਬਾਰੇ ਜਾਣ ਲਵਾਂ, ਮੈਂ ਪ੍ਰਮਾਤਮਾ ਦੀ ਕੁਦਰਤ ਬਾਰੇ ਜਾਣ ਲਵਾਂ। ਅੰਤ ਕਾਰਨ ਚੇਤੇ ਬਿਲਾਹੇ ਤਾਂ ਕਿ ਅੰਤ ਨਾ ਪਾਇਆ ਜਾਏ, ਲੇਕਿਨ ਉਹਨੂੰ ਅੰਤ ਲੱਭਦਾ ਨਹੀਂ ਹੈ ਕਿਉਂਕਿ ਇਹ ਕਦੀ ਵੀ ਜਿਹੜਾ ਪ੍ਰਮਾਤਮਾ ਦਾ ਜਿਹੜਾ ਪਸਾਰਾ ਆ, ਜਿਹੜਾ ਬ੍ਰਹਿਮੰਡ ਦਾ ਪਸਾਰਾ ਆ, ਉਹ ਏਡਾ ਲੰਮਾ ਚੌੜਾ ਆ। ਜੇ ਤੁਸੀਂ ਗੱਲ ਕਰ ਲਓ ਜਿਹੜਾ ਸਭ ਤੋਂ ਲਾਗੇ ਦਾ ਗ੍ਰਹਿ ਆ ਧਰਤੀ ਦੇ, ਉਹ ਪਲੂਟੋ ਹੈ। ਪਲੂਟੋ ਦੀ ਜਿਹੜੀ ਦੂਰੀ ਆ ਧਰਤੀ ਤੋਂ ਉਹ 3 ਅਰਬ 72 ਕਰੋੜ 64 ਲੱਖ ਕਿਲੋਮੀਟਰ ਹੈ। ਜੇ ਅਸੀਂ ਇੱਕ ਜਹਾਜ਼ ਬਣਾ ਲਈਏ ਜਿਹੜਾ ਆਵਾਜ਼ ਦੀ ਗਤੀ ਦੇ ਨਾਲ ਚੱਲੇ, ਤੇ ਜੇ ਅਸੀਂ ਕੁਝ ਮਨੁੱਖਾਂ ਨੂੰ ਉਹ 'ਚ ਬਿਠਾਲ ਕੇ ਚੰਦਰਮਾ ਦੀ ਉੱਥੇ ਪਲੂਟੋ ਦੀ ਸੈਰ ਲਈ ਭੇਜ ਦਈਏ ਤੇ ਉਹਨੂੰ 115 ਸਾਲ ਚਾਹੀਦੇ ਆ। 115 ਸਾਲ 'ਚ ਕੀ ਇਨਸਾਨ ਜਿੰਦਾ ਰਹਿ ਜਾਊਗਾ? ਤੇ ਜਿਹੜਾ ਸੂਰਜ ਆ ਉਹ ਧਰਤੀ ਤੋਂ 15 ਕਰੋੜ ਕਿਲੋਮੀਟਰ ਦੂਰ ਹੈ ਤੇ ਉਹਦੀ ਰੌਸ਼ਨੀ ਜਿਹੜੀ ਹੈ, ਕਿਉਂਕਿ ਰੌਸ਼ਨੀ ਦੀ ਜਿਹੜੀ ਸਪੀਡ ਹੈ ਉਹ 3 ਲੱਖ ਕਿਲੋਮੀਟਰ ਪਰ ਸੈਕਿੰਡ ਹੈ, ਉਹ 8 ਮਿੰਟ ਲੱਗਦੇ ਆ। ਤੇ ਇਦਾਂ ਦੇ ਤਾਰੇ ਨੇ ਆਸਮਾਨ ਦੇ ਅੰਦਰ ਜਿਨ੍ਹਾਂ ਦੀ ਸਦੀਆਂ ਤੋਂ ਅਰਬਾਂ ਸਾਲਾਂ ਤੋਂ ਅਜੇ ਤੱਕ ਰੌਸ਼ਨੀ ਧਰਤੀ ਤੇ ਨਹੀਂ ਪਹੁੰਚੀ। ਇਹ ਅਨੰਤ ਜਿਹੜਾ ਮਾਰਗ ਆ ਇਹ, ਤੇ ਜਦੋਂ ਜਿਹੜਾ ਸਾਇੰਸ ਦੇ ਸਾਹਮਣੇ ਮੈਟਰ ਆ ਉਹ ਅੱਜ ਤੱਕ ਦਾ ਸਿਰਫ 10% ਮੈਟਰ ਤੇ ਉਹ ਕੰਮ ਕਰ ਰਿਹਾ ਆ, ਬਾਕੀ ਦੇ ਮੈਟਰ ਨੂੰ ਉਹ ਡਾਰਕ ਮੈਟਰ ਮੰਨਦੇ ਆ। ਜਿਹੜਾ ਬੇਸਿਕ ਡਿਫਰੈਂਸ ਦੀ ਤੁਸੀਂ ਗੱਲ ਕੀਤੀ ਹੈ ਗੁਰਬਾਣੀ ਤੇ ਸਾਇੰਸ ਦੇ ਵਿੱਚ, ਗੁਰਬਾਣੀ ਉਸ ਰੱਬ ਦੀ ਸਭ ਤੋਂ ਪਹਿਲਾਂ ਗੱਲ ਕਰਦੀ, ਫਿਰ ਉਹਦੀ ਕੁਦਰਤ ਦੀ ਗੱਲ ਕਰਦੀ ਹੈ। ਜਿਹੜੀ ਸਾਇੰਸ ਹੈ ਉਹ ਸਿਰਫ ਤੇ ਸਿਰਫ ਉਹਦੀ ਰਚਨਾ ਦੀ ਗੱਲ ਕਰਦੀ ਹੈ। ਜੇ ਉਹ ਖੋਜ ਕਰਦੀ ਹੈ ਤੇ ਉਹਦੀ ਰਚਨਾ ਦੇ ਉੱਤੇ ਕਰਦੀ ਹੈ। ਇਦੋਂ ਅੱਗੇ ਜਿਹੜੀ ਗੁਰਬਾਣੀ ਹੈ, ਗੁਰਬਾਣੀ ਹੀ ਗੱਲ ਕਰਦੀ ਹੈ। ਜਿਹੜੀ ਸਾਇੰਸ ਹੈ ਉਹ ਸਿਰਫ ਕੁਦਰਤ ਦੇ ਉੱਤੇ ਹੀ ਆਪਣੇ ਆਪ ਨੂੰ ਕਨਸੈਂਟਰੇਟ ਕਰਦੀ ਹੈ। ਜੀ ਇਹ ਬੇਸਿਕ ਡਿਫਰੈਂਸ ਹੈ ਜੀ ਬਿਲਕੁਲ। ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸਟ ਅਗਨ ਤਰੀਚੇ, ਇਹ ਜੋ ਗੁਰਬਾਣੀ ਵਿੱਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਕਿ ਜੋ ਪੂਰਾ ਬ੍ਰਹਮੰਡ ਹੈ ਇਸ ਦੇ ਵਿੱਚ 70% ਤੇ ਪਾਣੀ ਹੀ ਹੈ। ਬਿਲਕੁਲ ਜੀ। 30% ਖਾਲੀ ਰਹਿ ਗਈ ਧਰਤੀ। ਬਿਲਕੁਲ ਜੀ। ਭਗਤ ਪੀਪਾ ਜੀ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਜੀ ਜੀ। ਧਰਤੀ ਦੇ ਉੱਤੇ ਵੀ 70% ਪਾਣੀ ਹੈ ਤੇ 30% ਮੈਟਰ ਹੈ, ਸੋਲਿਡ ਮੈਟਰ ਹੈ। ਜੀ ਜੀ। ਇਵੇਂ ਹੀ ਇਨਸਾਨੀ ਮਨੁੱਖੀ ਸਰੀਰ ਦੇ ਅੰਦਰ ਵੀ 70% ਪਾਣੀ ਹੈ ਤੇ 30% ਜੋ ਬ੍ਰਹਮੰਡੇ ਸੋਈ ਪਿੰਡੇ। ਜੀ, ਯਾਨੀ ਕਿ ਮਨੁੱਖ ਵੀ ਕੁਦਰਤ ਦਾ ਹੀ। ਬਿਲਕੁਲ ਜੀ। ਡਾਕਟਰ ਤਰਲੋਚਨ ਸਿੰਘ ਮਹਾਜਨ ਪਟਿਆਲੇ ਵਾਲਿਆਂ ਨੇ ਇਹਦੇ ਉੱਤੇ ਕੰਮ ਕੀਤਾ ਔਰ ਬਹੁਤ ਹੀ ਵਧੀਆ ਢੰਗ ਦੇ ਨਾਲ ਕੰਮ ਕੀਤਾ ਹੈ। ਅੱਜ ਤੱਕ ਗੁਰਬਾਣੀ ਤੇ ਵਿਗਿਆਨ ਦੇ ਵਿਸ਼ੇ ਤੇ ਜਿੰਨੀ ਵੀ ਖੋਜ ਹੋਈ ਆ, ਡਾਕਟਰ ਤਰਲੋਚਨ ਸਿੰਘ ਮਹਾਜਨ ਉਹਨਾਂ 'ਚ ਪਹਿਲੀਆਂ ਸਫਾ ਚਾਹੁੰਦੇ ਆ। ਹੋਰ ਵਿਦਵਾਨਾਂ ਨੇ ਵੀ ਕੰਮ ਕੀਤਾ। ਇਸ ਲਈ ਜਿਹੜੀ ਤੁਸੀਂ ਜਦੋਂ ਦੇਖਦੇ ਆ ਬ੍ਰਹਿਮੰਡ ਦੀ ਰਚਨਾ, ਉਹ ਪ੍ਰਮਾਤਮਾ ਨੇ ਇਸ ਢੰਗ ਨਾਲ ਕੀਤੀ ਹੋਈ ਹੈ ਕਿ ਜੇ ਇੱਥੇ ਅੱਜ ਆਕਸੀਜਨ 21% ਹੈ, ਜੇ 0.5% ਵੀ ਜ਼ਿਆਦਾ ਹੁੰਦੀ ਤੇ ਉਸ 0.5% ਨਾਲ ਅੱਗ ਲੱਗਣ ਦੇ ਚਾਂਸਸ 60% ਜ਼ਿਆਦਾ ਵੱਧ ਜਾਣੇ ਸੀ। ਜੀ ਪਹਿਲੀ ਗੱਲ। ਦੂਜੀ ਗੱਲ, ਜਿਹੜੀ ਪ੍ਰਮਾਤਮਾ ਦੀ ਕਿਰਪਾ ਸਾਡੇ ਦੇ ਉੱਤੇ ਹੈਗਾ, ਜਿਹੜਾ ਸੂਰਜ ਤੇ ਧਰਤੀ ਆ, ਇਹ ਪ੍ਰਸਪਸ ਜਿਹੜੀ ਇਹਨਾਂ ਦੀ ਗ੍ਰੈਵਿਟੀ ਇੱਕ ਦੂਜੇ ਨਾਲ ਵੱਜੇ ਹੋਏ ਆ। ਜੇ ਰੱਬ ਨਾ ਕਰੇ ਇਹ ਗ੍ਰੈਵਿਟੀ ਸੂਰਜ ਨਾਲੋਂ ਲੂਜ਼ ਹੋ ਜਵੇ ਤੇ ਧਰਤੀ ਇੱਥੋਂ ਕਰੋੜਾਂ ਕਿਲੋਮੀਟਰ ਦੂਰ ਆਪਣੇ ਜਿਹੜੇ ਐਕਸ ਤੋਂ ਹਟ ਕੇ ਦੂਰ ਚਲੇ ਜਾਣੀ ਹੈ ਸੂਰਜ ਤੋਂ, ਤੇ ਉੱਥੇ ਫਿਰ ਇੰਨੀ ਠੰਡ ਹੋ ਜਾਣੀ ਕਿ ਮਨੁੱਖੀ ਜੀਵਨ ਬਚ ਨਹੀਂ ਸਕਦਾ। ਜਿਹੜੇ ਤਾਰੇ ਸਾਨੂੰ ਦਿਸਦੇ ਆ 4000 ਜਾਂ 5000 ਤਾਰੇ ਅਸੀਂ ਅੱਖਾਂ ਨਾਲ ਦੇਖ ਸਕਦੇ ਆ। ਇਨਫੈਕਟ ਤਾਰਿਆਂ ਦੀ ਗਿਣਤੀ ਦਾ ਅੰਦਾਜ਼ਾ ਸਾਇੰਸ ਲਾਉਂਦੀ ਹੈ ਕਿ 40 ਅਰਬ ਦੇ ਲਗਭਗ ਹੈ। ਤੇ ਇੰਨੀ ਵੱਡੀ ਗਿਣਤੀ ਦੇ ਵਿੱਚੋਂ ਅਸੀਂ ਦੇਖ ਸਕਦੇ, ਜਿਹੜਾ ਸਾਇੰਸ ਦੂਰਬੀਨਾਂ ਦੇਖਦੀ ਉਹ 4-5 ਕਰੋੜ ਦੇਖਦੀ ਹੈ ਜੀ। ਇਸ ਲਈ ਇਹ ਜਿਹੜਾ ਸਾਰਾ ਅਸੀਂ ਕਰਦੇ ਸੀ ਡਾਰਕ ਮੈਟਰ, ਸਾਇੰਸ ਦੇ ਕੋਲ ਅੱਜ ਤੱਕ ਜਿਹੜਾ ਹੈਗਾ, ਅੱਜ ਤੱਕ ਕੋਈ ਵੀ ਇਹ ਤੈਅ ਨਹੀਂ ਕਰ ਪਾਏ ਡੇਟ। ਐਲਨ ਦਾ ਜਿਹੜਾ ਸਿਧਾਂਤ ਹੈ, ਐਲਨ ਦੇ ਸਿਧਾਂਤ ਦੇ ਮੁਤਾਬਕ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਹ ਧਰਤੀ ਦੀ ਤਰੀਕ ਫਿਕਸ ਕਰਦਾ ਹੈ ਕਿ ਧਰਤੀ 12 ਅਰਬ ਸਾਲ ਪੁਰਾਣੀ ਹੈ। ਲੇਕਿਨ ਵਿਗਿਆਨ ਜਿਹੜਾ ਗਲਤ ਧਾਰਨਾਵਾਂ ਨੂੰ ਕਬੂਲ ਨਹੀਂ ਕਰਦਾ। ਬਿਲਕੁਲ। ਜਿਹੜਾ ਵੀ ਨਵੀਂ ਪੀੜ੍ਹੀ ਆਉਂਦੀ ਹੈ ਉਹ ਪੁਰਾਣੀਆਂ ਗੱਲਾਂ ਤੇ ਇੰਨ ਬਿਨ ਯਕੀਨ ਨਹੀਂ ਕਰਦੀ, ਉਹਨੂੰ ਫਿਰ ਸ਼ੋਧ 'ਚ ਲੈ ਕੇ ਜਾਂਦੀ ਹੈ। ਉਹ ਤੋਂ ਜਿਹੜੀ ਨਵੀਂ ਗੱਲ, ਜਿੰਨੀਆਂ ਬਦਾਣਾ, ਜਿੰਨੀਆਂ ਸੱਟਾਂ ਵਿਗਿਆਨ ਤੇ ਵੱਧ ਪੈਂਦੀਆਂ ਤੇ ਜਿਹੜਾ ਸੱਚ ਹੈ ਉਹ ਸਾਹਮਣੇ ਨਿਖਰ ਕੇ ਆਉਂਦਾ।
ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਦੇ ਆ, ਜਪਜੀ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਅੱਜ ਡੇਟ ਤੈਅ ਕਰਨ ਚ ਸਾਇੰਸ ਅਸਮਰੱਥ ਹੈ ਕਿ ਧਰਤੀ ਕਦੋਂ ਬਣੀ ਸੀ। ਜੀ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਬਾਰ, ਕਵਣ ਸੇ ਰੁੱਤੀ ਮਾਂ, ਕਵਣ ਜਿਤ ਹੋਆ ਆਕਾਰ, ਬੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਣ, ਵਕਤ ਨਾ ਪਾਇਓ ਕਾਦਿਆ ਜੇ ਲਿਖਣ ਲੇਖ ਕੁਰਾਨ, ਥਿਤ ਬਾਰ ਨਾ ਜੋਗੀ ਜਾਣੇ, ਰੁੱਤ ਮਹਾ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਇਹਦੀ ਜਿਹੜੀ ਤਰੀਕ ਹੈ, ਇਹਦਾ ਸਭ ਕੁਝ ਹੈ ਉਹ ਪ੍ਰਮਾਤਮਾ ਹੀ ਜਾਣਦਾ ਹੈ। ਜਦੋਂ ਜਪਜੀ ਸਾਹਿਬ ਤੁਸੀਂ ਹੋਰ ਅੱਗੇ ਗੱਲ ਕਰਦੇ ਆ ਜੀ, ਪੱਛਮ ਦਾ ਇੱਕ ਧਰਮ, ਉਹ ਇਹ ਕਹਿੰਦਾ ਹੈ ਕਿ ਧਰਤੀ ਬ੍ਰਹਿਮੰਡ ਦਾ ਸੈਂਟਰ ਹੈ, ਸੂਰਜ ਹੋਰ ਗ੍ਰਹਿ ਸਾਰੇ ਦੁਆਲੇ ਘੁੰਮਦੇ ਆ। ਇਹਨੂੰ ਗਲੀਲੀਓ ਨੇ ਨਕਾਰ ਦਿੱਤਾ। ਗਲੀਲੀਓ ਨੂੰ ਨਕਾਰਨ ਤੋਂ ਬਾਅਦ ਸਜ਼ਾ ਵੀ ਮਿਲੀ। ਇੱਕ ਹੋਰ ਧਰਮ ਉਹ ਕਹਿੰਦਾ ਵੀ 7 ਪਤਾਲ ਤੇ 7 ਆਕਾਸ਼ ਹੈ। ਜੀ। ਲੇਕਿਨ ਗੁਰੂ ਨਾਨਕ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਹੈ, ਜਿਹੜੀ ਅੱਜ ਸੱਚ ਹੋ ਰਹੀ ਹੈ। ਗੁਰਬਾਣੀ ਨੂੰ ਸਾਇੰਸ ਮੰਨਣ ਲੱਗ ਪਈ ਹੈ। ਪਤਾਲਾ ਪਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਨ ਇੱਕ ਬਾਤ, ਸਹਸ 18 ਕਹਿਨ ਕਤੇਬਾ, 18,000 ਉਲਮਾ ਤੇ ਜਿਹੜੀਆਂ 4 ਕਿਤਾਬਾਂ ਨੇ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਬਨਾਸ। ਜੇ ਅਸੀਂ ਹਿਸਾਬ ਲਿਖਣ ਲੱਗ ਪਈਏ ਸਾਡਾ ਨਾਸ਼ ਹੋ ਜਾਣਾ, ਪਰ ਅਸੀਂ ਉਹ ਲੇਖਾ ਜਿਹੜਾ ਹਿਸਾਬ ਆ ਉਹ ਪੂਰਾ ਨਹੀਂ ਕਰ ਸਕਦੇ। ਇਹ ਜਿਹੜੀ ਰਿਐਲਿਟੀ ਆ ਸਾਇੰਸ ਦੀ, ਉਹ ਉਜਾਗਰ ਗੁਰਬਾਣੀ ਰਾਹੀਂ ਬਹੁਤ ਪਹਿਲਾਂ ਹੋ ਗਈ ਹੈ। ਤੇ ਇਸ ਲਈ ਜਦੋਂ ਅਸੀਂ ਇਹ ਸਾਰਾ ਕੁਝ ਗੱਲ ਕਰਦੇ ਆ ਤੇ ਗੁਰਬਾਣੀ ਜਿਹੜੀ ਸਦੀਵੀ ਸੱਚ ਆ, ਸਾਇੰਸ ਦੇ ਵਿੱਚ ਜਿਹੜੇ ਰੋਜ਼ ਦੀ ਰੋਜ਼ ਬਦਲਾਅ ਜਿਹੜੇ ਆਉਂਦੇ ਜਾਂਦੇ ਆ। ਤੁਸੀਂ ਕਿਹਾ ਕਿ ਹੁਣੇ ਇਸ ਇਹਨਾਂ ਚੀਜ਼ਾਂ ਦਾ ਜੋ ਸ੍ਰਿਸ਼ਟੀ ਹੈ, ਜੋ ਰਚਨਾ ਹੈ, ਇਸਦਾ ਕੋਈ ਹਿਸਾਬ ਕਿਤਾਬ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਪਰਮਾਤਮਾ ਬੇਅੰਤ ਹੈ, ਉਸ ਤੇ ਬਿਲਕੁਲ ਉਸ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਜੇ ਗੱਲ ਕਰੀਏ ਧਰਤੀ ਦੀ ਉਮਰ ਦੀ, ਧਰਤੀ ਦੀ ਉਮਰ ਕਿੰਨੀ ਹੈ, ਵਿਗਿਆਨ ਇਸ ਨੂੰ ਲੈ ਕੇ ਕੀ ਕਹਿੰਦਾ? ਦੇਖੋ, ਹੁਣੇ ਅਸੀਂ ਗੱਲ ਕੀਤੀ ਹੈ ਧਰਤੀ ਦੀ ਉਮਰ ਦੀ। ਪਹਿਲਾਂ ਅਮਰੀਕਾ ਦੇ ਕੁਝ ਵਿਦਵਾਨ ਸੀ, ਉਹ ਕਹਿੰਦੇ 4 ਕਰੋੜ ਸਾਲ ਹੈ। ਲੇਕਿਨ ਸਾਨੂੰ ਇੱਥੇ ਮਨੁੱਖੀ ਖੋਪੜੀਆਂ ਮਿਲ ਗਈਆਂ ਜਿਹੜੀਆਂ 5 ਕਰੋੜ ਸਾਲ ਪੁਰਾਣੀਆਂ। ਹੁਣੇ ਵੀ ਬ੍ਰਾਜ਼ੀਲ 'ਚ ਖੋਪੜੀ ਮਿਲੀ ਜਿਹੜੀ 23 ਲੱਖ ਸਾਲ ਪੁਰਾਣੀ ਹੈ। ਝੌਪੜੀਆਂ ਮਿਲ ਗਈਆਂ ਜਿਹੜੀਆਂ 2 ਕਰੋੜ ਸਾਲ ਪੁਰਾਣੀਆਂ ਨੇ। ਉਸ ਧਾਰਨਾ ਨੂੰ ਆਪ ਹੀ ਕਹਿ ਕੇ ਆਪ ਹੀ ਵਿਗਿਆਨ ਨੇ ਰੱਦ ਕਰ ਦਿੱਤਾ। ਜਿੱਥੇ ਸਾਇੰਸ ਆਪਣੀ ਲੇਟੈਸਟ ਟੈਕਨੋਲੋਜੀ ਦੇ ਨਾਲ ਇਹ ਮੰਨਦੀ ਹੈ ਕਿ ਧਰਤੀ 12 ਅਰਬ ਸਾਲ ਪੁਰਾਣੀ ਹੈ ਤੇ 82 ਅਰਬ ਸਾਲ ਤੱਕ ਇਹਨੇ ਮੌਜੂਦ ਰਹਿਣਾ। ਤੇ ਇੱਥੇ ਇਹ ਗੱਲ ਰਿਐਲਿਟੀ ਹੈ ਕਿ ਇਸ ਧਰਤੀ ਨੇ, ਇਸ ਚੰਦਰਮਾ ਨੇ, ਇਸ ਸੂਰਜ ਨੇ ਇੱਕ ਦਿਨ ਨਸ਼ਟ ਹੋ ਜਾਣਾ। ਇਹ ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਏਕੰਕਾਰ। ਉਹ ਜਿਹੜਾ ਪ੍ਰਮਾਤਮਾ ਉਸ ਦੀ ਵੀ ਹੈ। ਕੁਰਾਨ ਇੱਥੇ ਬੜੀ ਵਧੀਆ ਗੱਲ ਕਰਦੀ ਹੈ। ਕੁਰਾਨ ਕਹਿੰਦੀ ਹੈ ਕੁੱਲੂ ਮਨ ਅਲਿਹਫਾਨ ਬਜਬਿਕਾ ਜੁਲ ਜਲਾਲੇ ਵਲ ਇਕਲਾਮ। ਜੀ, ਇਹਦਾ ਅਰਥ ਹੈ ਕਿ परमात्मा तो बिना इत्थे जो कुछ भी सानू दिसदा ये सारा कुछ नाशवान है। चाहे वो धरती है, चाहे वो आसमान है, एवरीथिंग एक्सेप्ट गॉड इज पेरिशेबल। ये बड़ा क्लीयर कुरान मजीद तो भी संदेश आउंदा है। हाँ, जदों असी गल करदे हां मूल मंत्र जिहड़ा गुरु नानक साहब ने बख्शिया होया, इहदे नाल मिलदा जुलदा मूल मंत्र कुरान दे अंदर भी है। कुल हु अल्लाहु अहद, अल्लाहु समद, अल्लाहु वलीद। कह दो कि परमात्मा एक है, कह दो कि ਉਹਦੇ ਵਰਗਾ ਕੋਈ ਦੂਜਾ ਨਹੀਂ ਹੈ। ਇਹ ਵੀ ਕਹਿ ਦਿਓ ਕਿ ਬਤੌਰ ਬਾਪ, ਚਾਹੇ ਅਸੀਂ ਸਾਰੇ परमात्मा ਦੇ ਬੱਚੇ, ਪਰ ਬਤੌਰ ਬਾਪ ਉਹਨੇ ਕਿਸੇ ਨੂੰ ਪੈਦਾ ਨਹੀਂ ਕੀਤਾ, ਔਰ ਬਤੌਰ ਬੇਟਾ ਉਹ ਕਿਸੇ ਤੋਂ ਪੈਦਾ ਨਹੀਂ ਹੋਇਆ। ਉਸ ਮੂਲ ਮੰਤਰ ਦੇ ਵਿੱਚ ਜਿਹੜਾ ਥੋੜਾ ਜਿਹਾ ਫਰਕ ਹੈ, परमात्मा ਦੀ ਉਤਪਤੀ ਕਿਵੇਂ ਹੋਈ ਹੈ ਕੁਰਾਨ ਦੇ ਅੰਦਰ ਉਹ ਦਰਜ ਨਹੀਂ ਹੈ, ਬਾਕੀ ਸਾਰਾ ਉਹਦੇ ਅੰਦਰ ਹੈ। ਕਿਉਂਕਿ ਨਵੇਂ ਜ਼ਮਾਨੇ ਦਾ ਇਹ ਉਹ ਧਰਮ ਹੈ, ਸਿੱਖ ਧਰਮ, जिन्हें किसी एक मजहब नूं, किसी एक जात नूं, किसी एक बरादरी नूं सुनेहा नहीं लाया। समुची मनुखता दे नाम एक संदेश है जी। ते ये संदेश भी वो है जिथे अखौती दलित कहाउण वाले भगत जी विराजमान ने, जिथे गुरसिख विराजमान ने गुरुआं दे नाल, जिथे मुसलमान विराजमान ने, उत्थे सिर्फ इक्को ही गल दा ध्यान रखिया होया कि ये मनुखतावादी ते एक ईश्वरवादी ਹੋਵੇ ਤੇ ਉਹਨਾਂ ਦੀ ਬਾਣੀ ਗੁਰੂ ਸਾਹਿਬ ਨੇ ਦਰਜ ਕੀਤੀ ਸੀ। ਜਦੋਂ ਅਸੀਂ ਇਹ ਧਰਤੀ ਦੀ ਉਮਰ ਦੀ ਗੱਲ ਕੀਤੀ ਹੈ, ਇਹ ਜਿਹੜੀ 12 ਅਰਬ ਤੇ 82 ਅਰਬ ਸਾਲ ਵਾਲੀ ਗੱਲ ਆ, ਇਹ ਵੀ ਕੱਲ ਨੂੰ ਵਿਗਿਆਨ ਨੇ ਰੱਦ ਕਰ ਦੇਣੀ ਆ। ਲੇਕਿਨ ਅਖੀਰ ਉੱਥੇ ਆ ਕੇ ਗੱਲ ਟਿਕਣੀ ਹੈ ਕਿ ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਬਨਾਸ। ਜੀ,
ਬਿਲਕੁਲ, ਜੋ ਜੀਵ ਵਿਗਿਆਨ ਹੈ ਇਹ ਡਾਰਵਿਨ ਦੀ ਥਿਉਰੀ ਹੈਗੀ ਹੈ ਬਿਲਕੁਲ ਜੀ। ਤੇ ਇਸ ਤੇ ਕੀ ਇਸ ਨੂੰ ਚੈਲੰਜ ਕਰਨ ਦੀ ਸੰਭਾਵਨਾ ਹੈ? ਇਸ ਪ੍ਰਸ਼ਨ ਦੇ ਤੁਹਾਡਾ ਉੱਤਰ ਲਵਾਂਗੇ ਜ਼ਰੂਰ। ਬ੍ਰੇਕ ਲੈ ਰਹੇ ਹਾਂ ਜੀ, ਬ੍ਰੇਕ ਤੋਂ ਬਾਅਦ ਮੁੜ ਤੋਂ ਹਾਜ਼ਰ ਹੁੰਦੇ ਹਾਂ। ਪਰ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਆਪ ਜੀ ਸਾਡਾ ਈਮੇਲ